ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਬੁੱਧਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡੇ ਲਾਈਵ ਸ਼ੋਅ ਟੋਰਾਂਟੋ ਤੋਂ 2 ਘੰਟੇ ਮਾਰਨਿੰਗ ਹੁੰਦੇ ਆ। ਸਵੇਰ ਦੇ ਜਿਹੜੇ 2 ਘੰਟੇ ਦੇ ਸ਼ੋਅ ਹੁੰਦੇ ਆ ਜੀ 8 ਤੋਂ 9 ਬਲਤੇਜ ਪੰਨੂ ਸਾਹਿਬ, ਰਵਿੰਦਰ ਸਿੰਘ ਤੇ ਪ੍ਰਿੰਸ ਸੰਧੂ ਸਾਹਿਬ ਅੱਜ ਨਵਾਂ ਲੈ ਕੇ ਆਉਂਦੇ ਆ। ਪੰਜਾਬ ਤੇ ਇੰਡੀਆ ਦੀ ਗੱਲਬਾਤ ਹੁੰਦੀ ਆ। ਤੇ 9 ਤੋਂ 10 ਦੇਸੀ ਰੰਗ ਦੀ ਵਾਰੀ ਆਉਂਦੀ ਹੈ ਤੇ ਦੇਸੀ ਰੰਗ ਦੇ ਵਿੱਚ ਵੀ ਸਾਡੇ ਨਾਲ ਹਰ ਰੋਜ਼ ਨਵੇਂ ਮਹਿਮਾਨ ਹੁੰਦੇ ਆ, ਉਹਨਾਂ ਨਾਲ ਗੱਲਬਾਤ ਕਰੀਦੀ ਹੈ ਤੇ ਕਰੰਟ ਇਸ਼ੂ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਆਉਂਦੇ ਆ ਜਾਂ ਦੁਨੀਆ ਦੇ ਵਿੱਚ ਕੋਈ ਇਸ਼ੂ ਹੁੰਦੇ ਆ ਉਹਨਾਂ ਤੇ ਗੱਲਬਾਤ ਕਰਦੇ ਹੁੰਦੇ ਆ। ਸੋ ਪਾਰਟ 1 ਦੇ ਵਿੱਚ ਅੱਜ ਲੰਮਾ ਸਮਾਂ ਮੇਰਾ ਸਾਥ ਦਿੱਤਾ ਪਵਨਦੀਪ ਹੋਣਾ ਨੇ ਟੀਵੀ ਤੇ ਹੁਣ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਇੱਕ ਦਿਨ ਤੁਸੀਂ ਜ਼ਰੂਰ ਕੁਛ ਇੱਦਾਂ ਦਾ ਵਿਸ਼ਾ ਇਸ਼ੂ ਲੈ ਕੇ ਆਉਣਾ ਜਿਹਦੇ ਨਾਲ ਕਿ ਅਵੇਅਰਨੈਸ ਆਵੇ। ਤੇ ਪਾਰਟ 1 ਦੇ ਵਿੱਚ ਭਵਨ ਹੁਣੀ ਆਉਣਗੇ, ਪਾਰਟ 2 ਦੇ ਵਿੱਚ ਇਮੀਗ੍ਰੇਸ਼ਨ ਦੀ ਗੱਲਬਾਤ ਕਰਾਂਗੇ। ਮਨਜੀਤ ਮਾਹਲ ਸਾਹਿਬ ਸਟੂਡੀਓ ਵਿੱਚ ਆਉਣਗੇ ਤੇ ਜੀ ਆਇਆਂ ਨੂੰ ਆਖਦੇ ਹਾਂ ਸਭ ਤੋਂ ਪਹਿਲਾਂ ਪਵਨਦੀਪ ਦਾ। ਪਵਨਦੀਪ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਹਾਨੂੰ ਵੀ ਔਰ ਪੰਜਾਬ ਟੀਵੀ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਦਬ-ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ ਪਵਨਦੀਪ ਅੱਜ 2 ਵਿਸ਼ੇ ਮੈਂ ਚੁਣੇ ਆ ਤੁਹਾਡੇ ਨਾਲ ਗੱਲਬਾਤ ਕਰਨ ਤੇ ਇੱਕ ਜਿਹੜਾ ਤੁਸੀਂ ਬੱਚਿਆਂ ਲਈ ਅੱਗੇ ਅਗਸਤ ਦੇ ਵਿੱਚ ਕਲਾਸਾਂ ਲਾਉਣੀਆਂ ਉਹ ਕਿਸ ਤਰ੍ਹਾਂ ਚੱਲ ਰਿਹਾ, ਕਿਸ ਤਰ੍ਹਾਂ ਰਜਿਸਟ੍ਰੇਸ਼ਨ ਹੋ ਰਹੀ ਆ, ਕਿੰਨੇ ਕੁ ਬੱਚੇ ਜੁੜ ਰਹੇ ਆ ਤੁਹਾਡੇ ਨਾਲ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸੰਖੇਪ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਅਗਲਾ ਵਿਸ਼ਾ ਦੋਸਤੋ ਆਪਣੇ ਸਾਰਿਆਂ ਨਾਲ ਰਿਲੇਟਡ ਆ, ਕਿਉਂਕਿ ਬੜਾ ਕੁਛ ਦੇਖੀਦਾ ਇੱਥੇ। ਕਿਉਂਕਿ ਭਵਨ ਹੁਣੀ ਲੰਮੇ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ, ਆਟੋ, ਲਾਈਫ, ਹੋਮ, ਕਹਿੰਦੇ ਜਿਹੜੇ ਵੀ ਸ਼ਬਦ ਦੇ ਨਾਲ ਇੰਸ਼ੋਰੈਂਸ ਲੱਗਦੀ ਆ ਤੇ ਭਵਨ ਹੁਣਿਆਂ ਦੀ ਜਿਹੜੀ ਟੀਮ ਆ ਇੰਸ਼ੋਰੈਂਸ ਬਾਜ਼ਾਰ ਜਿਹੜੀ ਇਹਨਾਂ ਦੀ ਬ੍ਰੋਕਰੇਜ ਹੈਗੀ ਆ ਉਹਦੇ ਵਿੱਚ ਉਹ ਹੁੰਦੀ ਆ। ਤੇ ਨਾਲ ਜਿਹੜਾ ਭਵਨ ਹੁਣਾਂ ਦਾ ਤਜਰਬਾ ਹੈ ਪੜ੍ਹਾਉਣਾ। ਸੋ ਕਾਫੀ ਸਟੂਡੈਂਟ ਇਹਨਾਂ ਨੇ ਨੂੰ ਤਿਆਰ ਕਰਕੇ ਪੜ੍ਹਾਇਆ, ਐਜੂਕੇਸ਼ਨ ਦਿੱਤੀ ਤੇ ਹੁਣ ਇਹਨਾਂ ਦੀ ਕਾਫੀ ਵੱਡੀ ਟੀਮ ਆ ਕੰਮ ਕਰ ਰਹੇ ਆ। ਤੇ ਇਹਨਾਂ ਕੋਲੋਂ ਮੈਂ ਸਵਾਲ ਕਰਨਾ ਹੈ ਕਿ ਜਦੋਂ ਇੰਸ਼ੋਰੈਂਸ ਕਰਵਾਈ ਜਾਂਦੀ ਆ, ਅਸੀਂ ਕਹਿ ਦਿੰਦੇ ਆ, ਕਿਉਂਕਿ ਮੈਂ ਖੁਦ ਦੇਖਿਆ ਕਾਫੀ ਫੈਮਲੀਆਂ ਨੂੰ ਮਿਲਿਆ ਕਿ ਸਾਡੀ 20 ਸਾਲ ਦੀ ਪੋਲਿਸੀ ਕਰਾਈ ਸੀਗੀ। ਬੰਦਾ ਬੜਾ ਹਾਰਡ ਵਰਕ ਕਰਕੇ ਨਾ ਆਪਣੇ ਬੱਚਿਆਂ ਦੇ ਭਵਿੱਖ ਲਈ ਸੋਚਦਾ ਕਿ ਯਾਰ ਮੈਂ ਇੰਨੀ ਕੁ ਪੋਲਿਸੀ ਕਰਾਉਣਾ, ਕੱਲ੍ਹ ਨੂੰ ਕੋਈ ਹੈਪਨ ਹੋ ਜਾਂਦਾ ਮੇਰਾ ਪਰਿਵਾਰ ਸੌਖਾ ਹੋ ਜਾਊਗਾ। ਜਾਂ ਮੈਂ 20 ਸਾਲ ਮੈਂ ਚੰਗੀ ਮੇਰੀ ਸਿਹਤ ਹੈਗੀ ਆ, ਮੈਂ 20 ਸਾਲ ਆਪਣੀ ਪੋਲਿਸੀ ਜਿਹੜੀ ਕਰਵਾਈ ਆ 2, 3, 5 500,000 ਜਿੰਨੀ ਵੀ ਕਰਵਾਈ ਆ ਕਿ ਮੈਂ ਉਹਨੂੰ ਪੇ ਆਫ ਕਰਦਾ, ਪੇਡ ਕਰਦਾ। ਉਸ ਤੋਂ ਬਾਅਦ ਮੈਨੂੰ ਡਾਲਰ ਨਾ ਦੇਣੇ ਪੈਣ, ਪਰ ਜਿਹੜੀ ਉਹਦੀ ਕਵਰੇਜ ਹੈ ਨਾ ਉਹ ਉਸੇ ਹੀ ਤਰ੍ਹਾਂ ਚੱਲਦੀ ਰਹੇ। ਪਰ ਜਦੋਂ 20 ਸਾਲ ਹੁੰਦੇ ਆ ਲੰਘ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਗਾ ਸਮਾਂ ਕਿੱਦਾਂ ਪਾਈਦਾ। ਅਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਜੀ ਤੁਹਾਨੂੰ ਪੇ ਵੀ ਕਰਨੇ ਪੈਣੇ ਆ ਅਤੇ ਤੁਹਾਡਾ ਹੈ। ਜਦੋਂ ਕਿਸੇ ਇੰਸ਼ੋਰੈਂਸ ਐਡਵਾਈਜ਼ਰ ਨਾਲ, ਬ੍ਰੋਕਰ ਨਾਲ ਬੈਠਾ ਜਾਂਦਾ, ਦੁਬਾਰਾ ਉਹ ਬੈਠਦੇ ਆ ਉਸ ਬ੍ਰੋਕਰ ਨਾਲ ਹੀ ਬੈਠਦੇ ਆ ਅਤੇ ਉਦੋਂ ਗੱਲਾਂ ਕੁਛ ਹੋਰ ਹੁੰਦੀਆਂ। ਕਿਉਂ ਹੁੰਦੀਆਂ? ਸੈਕਿੰਡ ਭਾਗ ਇਹ ਹੋਊਗਾ। ਪਵਨਦੀਪ, ਫਸਟ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਕਿਸ ਤਰ੍ਹਾਂ ਚੱਲ ਰਿਹਾ, ਕਿੰਨੀ ਕੁ ਤੁਹਾਡੀ ਮਤਲਬ ਤੁਹਾਡੇ ਨਾਲ ਪਰਿਵਾਰ ਜੁੜ ਰਹੇ ਆ, ਅਤੇ ਇੱਕ ਵਾਰੀ ਫਿਰ ਉਹਦਾ ਸੰਖੇਪ ਦੇ ਵਿੱਚ ਦੱਸ ਕੇ ਜਾਓ। ਜੇ ਹੋਰ ਵੀ ਕਿਸੇ ਨੇ ਰਜਿਸਟਰ ਕਰਾਉਣਾ ਅਤੇ ਕਦੋਂ ਕਲਾਸਾਂ ਸਟਾਰਟ ਹੋ ਰਹੀਆਂ ਔਨਲਾਈਨ? ਜ਼ਰੂਰ ਬਰਾੜ ਸਾਹਿਬ। ਜਦੋਂ ਸ਼ੁਰੂ ਕੀਤਾ ਸੀਗਾ ਤਾਂ ਅੰਦਾਜ਼ਾ ਨਹੀਂ ਸੀ ਵੀ ਜਿੰਨੀ ਉਹਦੇ ਵਿੱਚ ਹੁੰਗਾਰਾ ਲੋਕਾਂ ਦਾ ਔਰ ਇੰਟਰਸਟ ਆ ਰਿਹਾ ਹੈਗਾ ਜੀ। ਮੈਨੂੰ ਆਪ ਨੂੰ ਪਹਿਲਾਂ ਕੌਨਫੀਡੈਂਸ ਨਹੀਂ ਸੀ ਇਸ ਦੇ ਉੱਤੇ ਕਿ ਮੈਂ ਪ੍ਰੋਫੈਸ਼ਨਲਸ ਨੂੰ ਪੜ੍ਹਾਇਆ ਹੈਗਾ, ਮੈਂ ਇੰਸ਼ੋਰੈਂਸ ਏਜੰਟਸ ਨੂੰ ਪੜ੍ਹਾਇਆ ਹੈਗਾ, 2016 ਤੋਂ ਹੀ ਕਲਾਸਾਂ ਦਿੰਦਾ ਆ ਰਿਹਾ ਹੈਗਾ। ਬਟ ਬੱਚਿਆਂ ਨਾਲ ਮੇਰਾ ਪਹਿਲਾ ਐਕਸਪੀਰੀਅੰਸ ਹੋਣ ਜਾ ਰਿਹਾ ਹੈਗਾ ਜੀ। ਸੋ ਮੈਂ ਪਰਸਨਲੀ ਕਾਫੀ ਇਸ ਦੇ ਉੱਤੇ ਨਰਵਸ ਸੀਗਾ। ਬਟ ਜਿਹੜੀ ਸਾਡੇ ਵੋਲੰਟੀਅਰ ਦੀ ਟੀਮ ਹੈ ਤਿਆਰ ਕੀਤੀ ਹੈ, ਉਹ ਖੁਦ ਆਪ ਯੂਨੀਵਰਸਿਟੀ ਦੇ ਗ੍ਰੈਜੂਏਟਸ ਨੇ, ਸਟੂਡੈਂਟਸ ਨੇ, ਜਿਹੜੇ ਕਿ ਮੇਰੀ ਇਸ ਕੋਰਸ ਦੇ ਵਿੱਚ ਮਦਦ ਕਰ ਰਹੇ ਨੇ। ਸੋ ਐਂਡ ਮੋਰ ਦੈਨ ਹਾਫ ਆਫ ਦਾ ਕੋਰਸ ਉਹਨਾਂ ਨੇ ਖੁਦ ਆਪ ਪ੍ਰੈਜ਼ੈਂਟ ਕਰਨਾ ਹੈਗਾ ਜੀ, ਖੁਦ ਅੱਗੇ ਬੱਚਿਆਂ ਨੂੰ। ਸੋ ਹਾਂਜੀ, ਜਿਹੜਾ ਅਸੀਂ ਇਸ ਲਈ ਏਜ ਗਰੁੱਪ ਸਿਲੈਕਟ ਕੀਤਾ ਹੈਗਾ ਜੀ 13 ਸਾਲ ਤੋਂ ਲੈ ਕੇ 20 ਸਾਲ ਦੇ ਬੱਚਿਆਂ ਲਈ ਹੈਗਾ ਵੀ ਉਹਨਾਂ ਨੂੰ ਪੜ੍ਹਾਇਆ ਜਾਵੇਗਾ। ਜਿਹੜੇ ਆਪਣੇ ਫਾਈਨੈਂਸ਼ੀਅਲ ਆਰਥਿਕ ਮਸਲੇ ਹੈਗੇ ਨੇ ਉਹਨਾਂ ਦੇ ਉੱਤੇ ਵੀ, ਮੌਰਗੇਜਿਸ ਲਈ ਆਪਣੇ ਆਪ ਨੂੰ ਕਿਵੇਂ ਪ੍ਰਿਪੇਅਰ ਕਰਨਾ ਹੈ। ਜਾਂ ਕਈ ਵਾਰ ਦੁਬਾਰਾ ਸਵਾਲ ਇਹ ਆਉਂਦਾ ਵੀ 13-14 ਸਾਲ ਦੇ ਬੱਚਿਆਂ ਨੂੰ ਆਪਾਂ ਮੌਰਗੇਜਾਂ ਕਾਹਤੇ ਸਿਖਾਉਣ ਲੱਗ ਗਏ, ਜਾਂ ਉਹਨਾਂ ਨੇ ਕਿਹੜਾ ਹਰੇ ਮੌਰਗੇਜਾਂ ਲੈਣੀਆਂ ਨੇ। ਬੇਸ਼ੱਕ ਹੈਗੇ ਜੀ, ਹੁਣ ਸੂਬਾ ਸਰਕਾਰ ਵੀ ਆਪਣੀ ਲਾਂਚ ਕਰ ਰਹੀ ਹੈ ਗ੍ਰੇਡ 9 ਔਨਵਰਡ, 9ਵੀਂ ਜਮਾਤ ਦੇ ਬੱਚਿਆਂ ਤੋਂ ਉਹਨਾਂ ਨੂੰ ਮੌਰਗੇਜਾਂ ਬਾਰੇ ਦੱਸਣਾ ਵੀ ਕਿਵੇਂ ਅਪਲਾਈ ਕਰੀਦਾ ਹੈਗਾ। ਆਰਥਿਕ ਜਿਹੜੀ ਇਹ ਜਾਣਕਾਰੀ ਬਰਾੜ ਸਾਹਿਬ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਮੈਨੂੰ ਕੁਝ ਅੱਜ ਪਤਾ ਹੁੰਦਾ ਜਿਹੜਾ ਕਿ 10 ਸਾਲ ਬਾਅਦ ਉਹਨੇ ਮੈਨੂੰ ਫਾਇਦਾ ਦੇਣਾ ਸੀ, ਠੀਕ ਹੈ ਨਾ, ਜਾਂ ਜਿਹੜੀ ਚੀਜ਼ ਮੈਨੂੰ ਅੱਜ ਨਹੀਂ ਪਤਾ ਔਰ 10 ਸਾਲ ਬਾਅਦ ਉਸਦਾ ਮੈਨੂੰ ਨੁਕਸਾਨ ਹੋਣਾ ਸੀ। ਸੋ ਇਹ ਚੀਜ਼ਾਂ ਜ਼ਰੂਰੀ ਨੇ ਜੀ, ਬੱਚਿਆਂ ਨੂੰ ਅਗਾਹ ਕਰਨਾ। ਐਟਲੀਸਟ ਉਹਨਾਂ ਨੂੰ ਅਸੀਂ ਫਾਈਟਿੰਗ ਚਾਂਸ ਦੇ ਦਿੰਦੇ ਹਾਂ ਸਾਰੀਆਂ ਚੀਜ਼ਾਂ ਦੇ ਨਾਲ, ਵੀ ਜੇ ਤੁਸੀਂ ਪਹਿਲਾਂ ਆਪਣਾ ਇਹਨਾਂ ਚੀਜ਼ਾਂ ਬਾਰੇ ਸੋਚ ਕੇ ਰੱਖੋਗੇ।
ਸੋ ਲੌਂਗ ਸਟੋਰੀ ਸ਼ਾਰਟ, ਅਗਲੇ ਮਹੀਨੇ ਸ਼ੁਰੂ ਹੋ ਰਿਹਾ ਜੀ ਇਹ ਪ੍ਰੋਗਰਾਮ 21 ਅਗਸਤ ਤੋਂ। 10 ਸੈਸ਼ਨ ਹੋਣਗੇ, ਸਾਰੇ ਆਨਲਾਈਨ ਨੇ, ਫ੍ਰੀ ਹੈ ਜੀ ਇਹ, ਕੋਈ ਇਹਦੀ ਫੀਸ ਨਹੀਂ ਹੈਗੀ। ਵੋਲੰਟੀਅਰ ਪ੍ਰੋਗਰਾਮ ਜੋ ਅਸੀਂ ਰਨ ਕਰ ਰਹੇ ਹਾਂ। ਬੱਚਿਆਂ ਨੂੰ ਤੁਹਾਡੇ ਕ੍ਰੈਡਿਟ ਕਾਰਡਾਂ ਬਾਰੇ ਵੀ, ਕਿਵੇਂ ਉਹਨਾਂ ਫਾਇਦੇ ਵੀ ਨੇ, ਨੁਕਸਾਨਾਤ ਕੀ ਨੇ, ਕਿਸ ਤਰ੍ਹਾਂ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ, ਆਪਣੀ ਕਰੀਅਰ ਦੀ ਪਲੈਨਿੰਗ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਵੀ ਸਿਰਫ ਉਹੀ 2-3 ਕਿੱਤੇ ਨਹੀਂ ਹੈਗੇ ਜਿਨ੍ਹਾਂ 'ਚ ਕੀ ਤੁਸੀਂ ਆਪਣੇ ਆਪ ਨੂੰ ਜੇ ਐਨਰੋਲ ਕਰਦੇ ਹੋ ਤੇ ਤੁਹਾਡੀ ਜਿਹੜੀ ਲਾਈਫ ਹੈ ਵਧੀਆ ਹੋ ਸਕਦੀ ਹੈ। ਹੋਰ ਵੀ ਬਹੁਤ ਕਿੱਤੇ ਨੇ ਤੇ ਆਪਾਂ ਦੇਖਦੇ ਹਾਂ ਹੁਣ ਜਿਵੇਂ ਅਸੀਂ ਕਮਰਸ਼ੀਅਲ ਇੰਸ਼ੋਰੈਂਸ ਵੀ ਕਰੀਦੀ ਹੈ, ਤਾਂ ਕਿੰਨੇ ਹੀ ਤਰ੍ਹਾਂ ਦੇ। ਮੈਂ ਇੱਕ ਛੋਟੀ ਸਟੋਰੀ ਸ਼ੇਅਰ ਕਰਾਂਗਾ। 3 ਯੂਨੀਵਰਸਿਟੀ ਦੇ ਬੱਚੇ ਨੇ ਜੀ ਬਰਾੜ ਸਾਹਿਬ ਮੇਰੇ ਕੋਲ, ਉਹਨਾਂ ਨੇ ਮਿਲ ਕੇ ਇੱਕ ਰੀਸਾਈਕਲਿੰਗ ਦਾ ਬਿਜ਼ਨਸ ਸ਼ੁਰੂ ਕੀਤਾ ਹੈਗਾ ਜੀ। ਉਹ ਕੀ ਕਰਦੇ ਨੇ, ਬਿਜ਼ਨਸਿਸ ਤੋਂ ਜਾ ਕੇ ਨਾ ਉਹਨਾਂ ਦਾ ਜਿਹੜਾ ਵੇਸਟ ਪੇਪਰ ਹੁੰਦਾ ਉਹਨੂੰ ਲੈਂਦੇ ਨੇ ਤੇ ਉਹਦੀ ਰੀਸਾਈਕਲਿੰਗ ਕਰਕੇ ਫਿਰ ਅੱਗੇ ਉਹਨੂੰ ਵੇਚਦੇ ਨੇ। ਸੋ ਛੋਟਾ ਜਿਹਾ ਉਹਨਾਂ ਦਾ 400 ਸਕੁਅਰ ਫੀਟ ਦਾ ਹਲੇ ਉਹਨਾਂ ਨੇ ਫੈਸਿਲਿਟੀ ਲੱਤੀ ਹੈਗੀ ਹੈ ਮਿਸਾਗਾ ਦੇ ਵਿੱਚ, ਤੇ ਉੱਥੋਂ ਆਪਰੇਟ ਕਰ ਰਹੇ ਨੇ। ਐਂਡ ਦੇ ਆਰ ਮੇਕਿੰਗ ਗੁੱਡ ਮਨੀ ਇਨ ਦਾ ਸੈਂਸ ਕਿ ਹਲੇ 20-25 ਹਜ਼ਾਰ ਦੀ ਆਮਦਨ ਸ਼ੁਰੂ ਹੋਈ ਹੈ। ਬਟ ਦ ਥਿੰਗ ਇਜ਼ ਉਹਨਾਂ ਦਾ ਜਿਹੜਾ ਉਹ ਸਕੋਪ ਹੈ ਉਹ ਕਿੱਡਾ ਵੱਡਾ ਹੋ ਸਕਦਾ ਹੈ। ਹਾਂਜੀ, ਹੈਨਾ। ਸੋ ਬਹੁਤ ਚੰਗੀ ਮੈਨੂੰ ਗੱਲ ਲੱਗੀ ਪਵਨਦੀਪ, ਬਹੁਤ ਵਧੀਆ ਗੱਲ ਆ, ਕਿਉਂਕਿ ਬਹੁਤ ਸਾਰੇ ਪੇਰੈਂਟਸ, ਮਾਪੇ ਮਿਹਨਤ ਕਰਦੇ ਆ, ਦਸਾਂ ਨੌਹਾਂ ਦੀ ਕਿਰਤ ਕਰਦੇ ਆ, ਘਰ ਚਲਾ ਰਹੇ ਆ। ਔਰ ਪਵਨਦੀਪ ਕਈ ਵਾਰ ਬੱਚਿਆਂ ਨੂੰ ਨਾ ਆਪਾਂ ਕਹਿਣਾ ਬੜਾ ਸੌਖਾ ਹੈ ਕਿ ਟਾਈਮ ਦਿਓ, ਨਹੀਂ ਟਾਈਮ ਦਿੱਤਾ ਜਾਂਦਾ ਕਿਉਂਕਿ ਘਰ ਚਲਾਉਣ ਲਈ। ਫਿਰ ਉਦੋਂ ਹੁੰਦਾ ਕਿ ਜੇ ਇਸ ਤਰ੍ਹਾਂ ਦੀ ਕੋਈ ਸੰਸਥਾ ਬਣਦੀ ਆ ਜਾਂ ਬਹੁਤ ਸਾਰੀਆਂ ਹੈ ਅੱਗੇ ਆਉਂਦੀਆਂ, ਉਹਨਾਂ ਨੂੰ ਦੱਸਦੀਆਂ ਕਿ ਕੱਲੀ ਜੌਬ ਹੀ ਨਹੀਂ, ਜੌਬ ਦੇ ਨਾਲ ਬਿਜ਼ਨਸ ਕਿੱਦਾਂ ਕਰਨਾ, ਦੁਨੀਆ 'ਚ ਕਿੱਦਾਂ ਵਿਚਰਨਾ। ਜੋ ਤੁਸੀਂ ਇਹ ਮਤਲਬ ਕਦਮ ਚੁੱਕੇ ਆ, ਤੁਹਾਡੀ ਟੀਮ ਬਣੀ ਆ, ਸੋ ਉਹਦੇ ਲਈ ਤੁਹਾਡੇ ਸਾਰਿਆਂ ਲਈ ਐਪਰੀਸ਼ੀਏਟ। ਤੇ ਮੈਂ ਦੋਸਤੋ ਜ਼ਰੂਰ ਤੁਹਾਨੂੰ ਕਹੂੰਗਾ ਕਿ ਤੁਹਾਨੂੰ ਵੀ ਲੱਗਦਾ ਤੁਹਾਡੇ ਬੱਚੇ 1320 ਸਾਲ ਦੇ ਹੈਗੇ ਆ ਇੱਥੋਂ ਦੇ, ਤੇ ਜ਼ਰੂਰ ਤੁਸੀਂ ਇਹ ਜਿਹੜਾ ਇਹਨਾਂ ਨੇ ਪ੍ਰੋਗਰਾਮ ਆਨਲਾਈਨ ਸਟਾਰਟ ਕੀਤਾ ਉਹਨਾਂ ਨੂੰ ਰਜਿਸਟਰ ਕਰੋ। ਕਿਸ ਤਰ੍ਹਾਂ ਉਹ ਮਤਲਬ ਮਾਰਕੀਟ ਦੇ ਕਿਸ ਤਰ੍ਹਾਂ ਉਹਨਾਂ ਨੂੰ ਜ਼ਿੰਦਗੀ ਦੇਖੋ, ਐਜੂਕੇਸ਼ਨ ਆ ਚੰਗੀ ਗੱਲ ਆ, ਇੱਕ ਪੜ੍ਹਾਈ ਕਰਨੀ, ਜ਼ਿਆਦਾ ਐਜੂਕੇਸ਼ਨ ਲੈਣੀ, ਪਰ ਉਸ ਤੋਂ ਬਾਅਦ ਸੋਸਾਇਟੀ ਦੇ ਵਿੱਚ ਤੁਸੀਂ ਵਿਚਰਦੇ ਹੋ, ਕਿੱਦਾਂ ਵਿਚਰਨਾ, ਕਿੱਦਾਂ ਜੌਬ ਕਰਨੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਮਿਲਣਾ, ਕਿਸ ਤਰ੍ਹਾਂ ਬਿਜ਼ਨਸ ਸ਼ੁਰੂ ਕਰਨਾ ਹੈ। ਸੋ ਇੱਕ ਪੂਰੀ ਜਿਹੜੀ ਉਹ ਟੀਮ ਹੋਊਗੀ, ਤੁਹਾਨੂੰ ਉਹ ਬੱਚਿਆਂ ਨੂੰ ਗਾਈਡ ਕੀਤਾ ਜਾਊਗਾ। 416 817 1313 ਦੇ ਉੱਤੇ ਪਵਨਦੀਪ ਹੁਣਾਂ ਨਾਲ ਗੱਲਬਾਤ ਕਰਕੇ ਤੁਸੀਂ ਇਸ ਕੋਰਸ ਦੇ ਵਿੱਚ ਆਪਣੇ ਬੱਚਿਆਂ ਨੂੰ ਰਜਿਸਟਰ ਕਰਾ ਸਕਦੇ ਹੋ। ਪਵਨਦੀਪ, ਹੁਣ ਅਗਲੀ ਗੱਲਬਾਤ ਕਰਨੀ ਹੈ ਕਿਉਂਕਿ ਟਾਈਮ ਬੜਾ ਤੇਜ਼ੀ ਨਾਲ ਭੱਜ ਜਾਂਦਾ ਹੈ ਜੀ। ਭਾਈ ਵੀਰ ਸਿੰਘ ਨੇ ਕਿਹਾ ਸੀਗਾ ਚਸ਼ਮੇ 'ਤੇ ਇੱਕ ਬੜਾ ਵਧੀਆ ਲਿਖਿਆ ਸੀ, ਜਿਹੜਾ ਸਮਾਂ ਨਾ ਪਾਣੀ ਹੈ ਰੁਕਦਾ ਨਹੀਂਗਾ, ਇੱਦਾਂ ਹੀ ਸਮਾਂ ਭੱਜਿਆ ਜਾਂਦਾ ਹੈ। ਆਪਣੇ ਕੋਲ ਕੋਈ 12 ਕੁ ਮਿੰਟ ਹੈਗੇ ਆ, 12 ਮਿੰਟ ਦੇ ਵਿੱਚ ਪਵਨਦੀਪ ਸਾਰਾ ਸਵਾਲ ਮੈਂ ਤੁਹਾਨੂੰ ਆਲਰੇਡੀ ਕਰਤਾ ਸੀਗਾ, ਠੀਕ ਹੈ। ਐਡਵਾਈਜ਼ਰ ਨਵੇਂ ਆਉਂਦੇ ਆ, ਹਰ ਬੰਦਾ ਕਿਸੇ ਬਿਜ਼ਨਸ 'ਚ ਆਉਂਦਾ ਨਾ ਨਵਾਂ ਆਉਂਦਾ। ਮੈਂ ਇੱਥੇ ਟੀਵੀ ਤੇ ਬੈਠ ਕੇ ਗੱਲਬਾਤ ਕਰਦਾ, ਜਿਵੇਂ ਜਿਵੇਂ ਮਤਲਬ ਸਮਾਂ ਲੰਘੀ ਜਾਂਦਾ ਪਵਨਦੀਪ, ਗੱਲ ਆਪਦੀ ਆਪ ਔੜੀ ਜਾਂਦੀ ਆ। ਇਸੇ ਹੀ ਤਰ੍ਹਾਂ ਬਿਜ਼ਨਸ ਆ, ਜਦੋਂ ਸ਼ੁਰੂ ਕਰਦੇ ਨਾ ਆਪਾਂ ਕਹਿੰਦੇ ਨਵਾਂ ਬੰਦਾ, ਪੁਰਾਣਾ ਬੰਦਾ, ਉਹਨੂੰ ਮਤਲਬ ਕਿੱਦਾਂ ਤੋਰਨਾ, ਜਾਂ ਪੁਰਾਣੇ ਜਾਂ ਨਵੇਂ। ਪੁਰਾਣੇ ਨਵੇਂ ਨੂੰ ਵਿੱਚ ਮੈਂ ਬੈਲੈਂਸ ਨਹੀਂ ਕਰੂੰਗਾ, ਕਿਉਂਕਿ ਨਾ ਮੈਨੂੰ ਲੱਗਦਾ ਕਈ ਵਾਰ ਜਦੋਂ ਨਵੇਂ ਨੂੰ ਤੁਸੀਂ ਸੋਹਣੇ ਤਰੀਕੇ ਨਾਲ ਅੱਗੇ ਤੋਰਦੇ ਆ ਕਿ ਭਾਈ ਇਸ ਤਰ੍ਹਾਂ ਕੰਮ ਕਰਨਾ, ਉਹਨੂੰ ਕਿੱਦਾਂ ਬਣਾਤਾ। ਤੇ ਇੱਕ ਭਾਵੇਂ ਦੀ ਪੁਰਾਣਾ ਹੋਵੇ, ਜਿਵੇਂ ਪੋਲਿਸੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ, ਕਿਉਂਕਿ ਵਿਸ਼ਾ ਅੱਜ ਦਾ ਇਹੀ ਆ ਕਿ ਮੈਂ 10 ਤੋਂ 20 ਫੈਮਲੀਆਂ ਨੂੰ ਜਾਣਦਾ ਜਿਨ੍ਹਾਂ ਨਾਲ ਇਹ ਹੋਇਆ, ਕਿਉਂਕਿ 20 ਸਾਲ ਲੰਘ ਜਾਂਦੇ, ਮੈਨੂੰ 20 ਸਾਲ ਦੇ ਕਰੀਬ ਹੋ ਚੱਲਿਆ ਇਹਨੂੰ। ਹੁਣ ਜਿਹੜੀ ਮੇਰੀ ਪੋਲਿਸੀ 20 ਸਾਲ ਪਹਿਲਾਂ ਕੀਤੀ ਸੀ ਮੈਨੂੰ ਦੱਸ ਕੇ, ਅੱਜ ਮੈਂ ਉਸ ਨੂੰ ਜੋ ਪੁੱਛੂੰਗਾ ਯਾਰ ਆਹ ਚੀਜ਼ ਹੋ ਗਈ ਆ ਬਾਈ ਜੀ, ਜਿੱਦਾਂ ਕਿ ਅਸੀਂ ਫ੍ਰੀ ਹੋ ਗਈ, ਪਰ ਉਹ ਐਕਚੁਅਲ ਦੇ ਵਿੱਚ ਫ੍ਰੀ ਨਹੀਂ, ਮੈਨੂੰ ਫੇਰ ਪੇ ਕਰਨਾ ਪੈਂਦਾ। ਕਿਹੜੀ ਉਹ ਕਿਸ ਤਰ੍ਹਾਂ ਹੁੰਦੀ ਆ, ਔਰ ਕੀ ਉਹ ਪਾਲਿਸੀ ਗਲਤ ਆ, ਜਾਂ ਉਸ ਟਾਈਮ ਜੋ ਐਡਵਾਈਜ਼ਰ ਨੇ ਦੱਸਿਆ ਸੀ ਕਿ ਭਾਈ ਆਹ ਤੇਰੇ ਲਈ ਹੋਊਗਾ। ਕਿਉਂਕਿ ਮੈਂ ਅਗਲਾ 20 ਸਾਲ ਦਾ ਪਲਾਨ ਬਣਾ ਲੈਂਦਾ ਬੰਦਾ ਆਪਣਾ ਕਿ ਭਾਈ ਮੈਂ 20 ਸਾਲ ਪੇ ਕਰਦਾ, ਉਸ ਤੋਂ ਬਾਅਦ ਮੇਰੀ ਇੰਨੀ ਕਮੋਰ ਹੋ ਜਾਣੀ ਆ, ਮੇਰੀ ਇਨਕਮ ਵੀ ਘਟ ਸਕਦੀ ਹੈ, ਤੇ ਇਹ ਮੇਰੇ ਖਰਚੇ ਬੰਦ ਹੋ ਜਾਣਗੇ। ਪਰ ਖਰਚੇ ਉਹ ਚੱਲਦੇ ਆ। ਫਿਰ ਜਦੋਂ ਗੱਲ ਦੁਬਾਰਾ ਐਡਵਾਈਜ਼ਰ ਨਾਲ ਹੁੰਦੀ ਆ, ਐਡਵਾਈਜ਼ਰ ਹੋਰ ਹੀ ਗੱਲਾਂ ਕਰਦਾ ਹੈ। ਕੀ ਆ ਉਹ ਦੱਸੋ ਪਲੀਜ਼। ਡਾਕਟਰ ਸਾਹਿਬ, ਸ਼ਬਦਾਂ ਦਾ ਖੇਲ ਬਹੁਤ ਹੈ ਜੀ। ਸੋ ਮੈਂ ਜਿੰਨਾ ਕਿ ਮੇਰਾ ਤਜਰਬਾ ਹੈਗਾ ਇਸ ਇੰਡਸਟਰੀ ਦੇ ਵਿੱਚ, ਸ਼ਬਦਾਂ ਦਾ ਖੇਲ ਜ਼ਿਆਦਾ ਮੈਟਰ ਕਰਦਾ ਹੈਗਾ ਜੀ। ਇਨ ਦਾ ਸੈਂਸ ਬੰਦੇ ਨੇ ਕਿੱਥੇ ਗੈਰੰਟੀਡ ਕਹਿਤਾ ਔਰ ਕਿੱਥੇ ਸਿਕਿਉਰਡ ਕਹਿਤਾ, ਦੋਨਾਂ ਵਿੱਚ ਫਰਕ ਹੈ। ਹੁਣ ਜਿੱਥੇ ਸਿਕਿਉਰਡ ਕਹਿਣਾ ਚਾਹੀਦਾ ਸੀ ਉੱਥੇ ਗੈਰੰਟੀਡ ਕਹਿਤਾ, ਵੀ ਗੈਰੰਟੀਡ ਆ ਵੀ ਤੇਰਾ ਜਿਹੜਾ ਪ੍ਰੀਮੀਅਮ ਹੈ ਸਿਰਫ 20 ਸਾਲ ਹੋਊਗਾ, ਉਸ ਤੋਂ ਬਾਅਦ ਨਹੀਂ ਹੋਊਗਾ, ਠੀਕ ਹੈ ਜੀ। ਤੇ ਤੈਨੂੰ ਗੈਰੰਟੀਡ ਹੈ ਕਿ ਵੀ ਇੰਨੀ ਰਿਟਰਨ ਮਿਲਣੀ, ਉਹ ਰਿਟਰਨ ਜਿਹੜੀ ਉਸ ਪਾਲਿਸੀ ਚੋਂ ਮੈਨੂੰ ਮਿਲਣੀ ਹੈ ਉਹ ਗੈਰੰਟੀਡ ਹੈ ਜਾਂ ਸਿਕਿਉਰਡ ਹੈ, ਠੀਕ ਹੈ ਨਾ, ਜਾਂ ਕੰਸਿਸਟੈਂਟ ਹੈ। ਕਿਉਂਕਿ ਇਹ ਤਿੰਨੋਂ ਸ਼ਬਦ ਵੱਖਰੇ ਵੱਖਰੇ ਨੇ ਔਰ ਇਹਨਾਂ ਦੇ ਮੁਆਇਨੇ ਵੱਖਰੇ ਵੱਖਰੇ ਹੋ ਜਾਂਦੇ ਨੇ। ਜਿਸ ਤਰ੍ਹਾਂ ਦੀ ਤੁਸੀਂ ਗੱਲ ਕੀਤੀ, ਇਸ ਤਰ੍ਹਾਂ ਦੇ ਇਸੇ ਤਰ੍ਹਾਂ ਦਾ ਸਿਨੈਰੀਓ ਇੱਕ ਪਹਿਲਾਂ ਵੀ ਪੇਸ਼ ਆਇਆ ਸੀ
ਸੀਟੀਵੀ ਗਲੋਬਲ ਨੇ ਇਸ ਦੇ ਉੱਤੇ ਬਹੁਤ ਬੜੀ ਰਿਪੋਰਟ ਕੀਤੀ ਸੀ ਜੀ। ਉਸ ਦੇ ਵਿੱਚ ਆਈ ਬਿਲੀਵ ਸਪੈਨਿਸ਼ ਫੈਮਿਲੀ ਸੀ, ਉਹਨਾਂ ਵਿਚਾਰਿਆਂ ਦਾ ਕਾਫੀ ਨੁਕਸਾਨ ਹੋਇਆ। ਉਹਨਾਂ ਨੇ ਪਾਲਿਸੀ ਦੇ ਵਿੱਚ 10 ਸਾਲ ਤੋਂ ਲਗਾਤਾਰ ਪੇ ਕਰਦੇ ਆ ਰਹੇ ਸੀ ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ 10 ਸਾਲ ਤੋਂ ਬਾਅਦ ਤੁਹਾਡੀ ਕੋਈ ਪਾਲਿਸੀ ਦਾ ਪ੍ਰੀਮੀਅਮ ਪੇਮੈਂਟ ਨਹੀਂ ਰਹੇਗੀ। ਬਟ 10 ਸਾਲ ਬਾਅਦ ਉਹਨਾਂ ਨੂੰ ਸਰਪ੍ਰਾਈਜ਼ ਮਿਲਦਾ ਜਦ ਮੇਲ 'ਚ ਉਹਨਾਂ ਨੂੰ ਨੋਟੀਫਿਕੇਸ਼ਨ ਆਉਂਦੀ ਹੈ ਕਿ ਤੁਸੀਂ ਹਲੇ ਇੰਨੇ ਹੋਰ ਪੇ ਕਰਨੇ ਨੇ, ਅੱਗੇ ਨਾਲੋਂ ਜ਼ਿਆਦਾ ਪੇ ਕਰਨੇ ਨੇ। ਸੋ ਇਹ ਕੁਝ ਪਾਲਿਸੀਜ਼ ਹੁੰਦੀਆਂ ਨੇ ਜਿਨ੍ਹਾਂ ਦਾ ਪ੍ਰੀਮੀਅਮ ਕਿ ਤੁਹਾਡੀ ਉਮਰ ਦੇ ਨਾਲ ਵੱਧਦਾ ਹੈਗਾ ਜੀ। ਜਿਸ ਤਰ੍ਹਾਂ ਤੁਹਾਡੇ ਉਮਰ ਦੇ ਸਾਲ ਵੱਧਦੇ ਨੇ, ਇੱਕ ਫੈਕਟਰ ਹੁੰਦਾ ਹੈ ਜਿਸ ਦੇ ਨਾਲ ਗੁਣਾ ਕਰਕੇ ਕੈਲਕੂਲੇਟ ਕੀਤਾ ਜਾਂਦਾ ਤੁਹਾਡਾ ਪ੍ਰੀਮੀਅਮ ਜੀ। ਜੇ ਤੁਹਾਡੀ ਪਾਲਿਸੀ ਦੇ ਵਿੱਚ ਇਨਫ ਗਰੋਥ ਨਾ ਹੋਈ ਹੋਵੇ ਤਾਂ ਉਹ ਜਿਹੜਾ ਫੈਕਟਰ ਹੈ ਗੁਣਾ ਉਹਨੇ ਹੋਈ ਜਾਣਾ ਤੇ ਉਨੀ ਕਾਸਟ ਵਧੀ ਜਾਂਦੀ ਹੈ ਤੁਹਾਡੀ। ਫਿਰ ਜੇ ਇਨਫ ਗਰੋਥ ਨਾ ਹੋਣ ਦੇ ਕੇਸ ਵਿੱਚ ਫਿਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਹਿੰਦੀ ਹੈ ਵੀ ਤੁਸੀਂ ਜਿਹੜਾ ਹੈਗਾ ਕੰਟਰੀਬਿਊਟ ਕਰਨਾ ਪੈਣਾ ਹੈਗਾ ਅੱਗੇ। ਹੁਣ ਇਸ ਦੇ ਵਿੱਚ ਡਾਕਟਰ ਸਾਹਿਬ ਮੈਂ ਹਮੇਸ਼ਾ ਕਹਿੰਦਾ ਵੀ ਜਿਹੜੀ ਗਲਤੀ ਹੈ ਉਹ ਗੋਲੀ ਦੀ ਨਹੀਂ ਹੁੰਦੀ ਜੀ, ਗੋਲੀ ਚਲਾਉਣ ਵਾਲੇ ਦੀ ਹੁੰਦੀ ਹੈ ਜੀ। ਸੋ ਕੰਪਨੀਆਂ ਨੇ ਜਿਹੜੀਆਂ ਵੀ ਇਹਨਾਂ 'ਚ ਪਹਿਲਾ ਜਿਹੜਾ ਵੀ ਹੁੰਦਾ ਹੈ ਕਲਾਇੰਟ ਦਾ ਵੀ ਉਹਦਾ ਰੋਸ ਬਿਲਕੁਲ ਜਾਇਜ਼ ਹੈ ਉਸ ਪੁਆਇੰਟ ਆਫ ਵਿਊ ਤੇ ਉਹ ਹਮੇਸ਼ਾ ਕਹਿੰਦਾ ਵੀ ਐਡਵਾਈਜ਼ਰ ਗਲਤ ਹੈ, ਸੌਰੀ ਕੰਪਨੀ ਗਲਤ ਹੈ, ਕੰਪਨੀ ਚੋਰ ਹੈ। ਕੰਪਨੀਆਂ ਮੈਂ ਓਨੈਸਟਲੀ ਚਾਹੇ ਮੈਂ ਇਹਨਾਂ ਦੀ ਖੱਟੀ ਖਾਨਾ ਜੀ, ਇਹ ਮੇਰਾ ਰੋਜ਼ੀ ਰੋਟੀ ਦਾ ਜ਼ਰੀਆ ਹੈ ਨੇ। ਕੰਪਨੀਆਂ ਗਲਤ ਨਹੀਂ ਜੀ ਹੁੰਦੀਆਂ, ਪਾਲਿਸੀਜ਼ ਗਲਤ ਬਣਾਈਆਂ ਜਾਂਦੀਆਂ ਨੇ। ਔਰ ਪਾਲਿਸੀਜ਼ ਬਣਾਉਣ ਵਾਲਾ ਕੌਣ ਹੈਗਾ ਜੀ? ਤੁਹਾਡਾ ਬ੍ਰੋਕਰ ਜਾਂ ਐਡਵਾਈਜ਼ਰ ਜਿਸ ਨਾਲ ਵੀ ਤੁਸੀਂ ਡੀਲ ਕਰ ਰਹੇ ਹੈਗੇ ਹੋ। ਕੰਪਨੀ ਨੇ ਤਾਂ ਕਿਉਂਕਿ ਜਿੰਨੇ ਵੀ ਤੁਸੀਂ ਚਾਹੇ ਛੋਟੇ ਜਿਹੇ ਕੈਮਰੇ ਦੀ ਇੰਸ਼ੋਰੈਂਸ ਲੱਤੀ ਹੈ, ਚਾਹੇ ਬਹੁਤ ਬੜੀ ਮਲਟੀ ਮਿਲੀਅਨ ਡਾਲਰ ਪਾਲਿਸੀ ਲੱਤੀ ਹੈ ਲਾਈਫ ਦੀ ਕੋਈ ਵੀ, ਠੀਕ ਹੈ ਨਾ, ਉਹ ਕੰਟਰੈਕਟ ਹੈ ਜੀ। ਔਰ ਕੰਟਰੈਕਟ ਦੇ ਵਿੱਚ 3 ਪਾਰਟੀਆਂ ਹੁੰਦੀਆਂ ਨੇ। ਇੱਕ ਤੁਹਾਡਾ ਬ੍ਰੋਕਰ ਹੋ ਗਿਆ ਜੋ ਮੀਡੀਏਰੀ ਹੈ, ਇੰਟਰਮੀਡੀਏਰੀ ਹੈ, ਇੱਕ ਤੁਸੀਂ ਹੋਗੇ ਤੇ ਇੱਕ ਤੀਸਰੀ ਪਾਰਟੀ ਆ ਜਾਂਦੀ ਇੰਸ਼ੋਰੈਂਸ ਪਾਰਟੀ। ਸੋ ਉਹਨਾਂ ਦੋਨਾਂ ਪਾਰਟੀਆਂ ਨੂੰ ਮਿਲਾਉਣ ਵਾਲਾ ਉਹ ਯਾਨੀ ਵਿਚੋਲਾ ਜਿਹੜਾ ਐਡਵਾਈਜ਼ਰ ਹੁੰਦਾ ਉਹਦੇ ਉੱਤੇ ਹੁੰਦਾ ਕਿ ਵੀ ਮੈਨੂੰ ਆਫਰ ਕਰ ਰਿਹਾ ਤੁਹਾਡੇ ਲਈ ਤੇ ਤੁਸੀਂ ਇੰਨੇ ਪੈਸੇ ਇਹਨਾਂ ਨੂੰ ਆਫਰ ਕਰ ਰਹੇ ਨੇ ਇਸ ਐਕਸਚੇਂਜ ਦੇ ਲਈ ਜੀ। ਹੁਣ ਉੱਥੇ ਜੇ ਉਸ ਵਿਚੋਲੇ ਨੇ ਕੁਝ ਓਲਾ ਰੱਖਿਆ ਹੋਵੇ ਤਾਂ ਗਲਤੀ ਫਿਰ ਉੱਥੇ ਵਿਚਾਰੀ ਪਾਰਟੀ ਦੀ ਕੰਪਨੀ ਦੀ ਨਹੀਂ ਹੋ ਜਾਂਦੀ, ਨਾ ਹੀ ਗਲਤੀ ਤੁਹਾਡੀ ਹੈ। ਗਲਤੀ ਤੁਹਾਡੀ ਬਸ ਇਹ ਹੋ ਸਕਦੀ ਹੈ ਤੁਸੀਂ ਉਸ ਵਿਚੋਲੇ ਦੇ ਉੱਤੇ ਭਰੋਸਾ ਕੀਤਾ। ਸੋ ਜੋ ਇਹ ਵਿਚੋਲੇ ਵਾਲਾ ਕਨਸੈਪਟ ਸਾਡੀ ਰੀਅਲ ਲਾਈਫ 'ਚ ਅਨਫੋਲਡ ਹੁੰਦਾ ਹੈ। ਉਸੇ ਤਰ੍ਹਾਂ ਨਾਲ ਕੋਈ ਵੀ ਪ੍ਰੋਫੈਸ਼ਨ ਲੈ ਲਈਏ ਅਸੀਂ, ਚਾਹੇ ਇੰਸ਼ੋਰੈਂਸ ਹੈ, ਮੌਰਗੇਜ ਹੈ, ਰੀਅਲ ਐਸਟੇਟ ਹੈ ਜਾਂ ਕੋਈ ਵੀ ਹੋਰ, ਜਿਹੜਾ ਤੁਹਾਡਾ ਏਜੰਟ ਹੈ ਉਸ ਦੇ ਉੱਤੇ ਨਿਰਭਰ ਕਰਦਾ ਕਿ ਉਸਨੇ ਤੁਹਾਨੂੰ ਕੀ ਦੱਸਿਆ ਸੀ। ਔਰ ਜੇ ਤੁਹਾਨੂੰ ਕਿਸੇ ਚੀਜ਼ ਦੇ ਉੱਤੇ ਸੰਦੇਹ ਸੀ ਜਾਂ ਡਾਊਟ ਸੀ ਕਿ ਤੁਸੀਂ ਉਹਨੂੰ ਕਲੈਰੀਫਾਈ ਕੀਤਾ ਕਿ ਨਹੀਂ ਕੀਤਾ ਜੀ। ਮੈਂ ਦੇਖਿਆ ਸਾਡੇ ਲੋਕ ਵਿਚਾਰੇ ਕਈ ਭੋਲੇ ਹੁੰਦੇ ਨੇ, ਉਹ ਸਵਾਲ ਕਰਨ ਤੋਂ ਵੀ ਜੱਕਦੇ ਨੇ। ਭਵਨਦੀਪ, ਭੋਲੇ ਨਹੀਂ ਹੁੰਦੇ, ਵਿਸ਼ਵਾਸ ਕਰਦੇ ਆ ਕਿ ਭਾਈ ਫਲਾਨਾ ਬੰਦਾ ਆ ਗਿਆ, ਕੋਈ ਗੱਲ ਨਹੀਂ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਜਦੋਂ ਰੇਡੀਓ ਸ਼ੋਅ ਕਰਦਾ ਸੀ ਉੱਥੇ ਕਾਲ ਆਈ, ਕਹਿੰਦਾ ਮੇਰੇ ਰਿਸ਼ਤੇਦਾਰ ਨੇ ਇੱਕ ABC ਕੰਪਨੀ, ਮੈਂ ਨਾਮ ਨਹੀਂ ਲਊਂ, ਕਹਿੰਦਾ ਉੱਥੇ ਮੇਰੇ ਸਿਸਟਰ ਇਨ-ਲਾ ਸਾਲੀ ਨੇ ਲਾਇਸੈਂਸ ਲੈ ਲਿਆ ਤੇ ਮੇਰੀਆਂ ਸਾਰੀਆਂ ਪਾਲਿਸੀਆਂ ਚੱਕੀਆਂ, ਪੁਰਾਣੀਆਂ ਕਟਾਈਆਂ, ਨਵੀਆਂ ਕਰਤੀਆਂ, ਜਿਹੜੀਆਂ ਕਿ ਸਾਰੀਆਂ ਹੀ ਗਲਤ ਸੀ। ਔਰ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਉਹ ਜਿਹੜੀ ਕੁੜੀ ਕੰਮ ਸ਼ੁਰੂ ਕੀਤਾ ਉਹਨੂੰ ਖੁਦ ਨੂੰ ਨਹੀਂ ਪਤਾ ਸੀ। ਭਵਨਦੀਪ, ਭੋਲੇ ਨਹੀਂ, ਵਿਸ਼ਵਾਸ ਜਾਂ ਕਈ ਵਾਰ ਰਿਸ਼ਤੇਦਾਰੀਆਂ ਉਹ ਸਾਨੂੰ ਰੋਕ ਲੈਂਦੀਆਂ ਸਵਾਲ ਕਰਨ ਤੋਂ। ਹਾਂਜੀ, ਤੇ ਲੌਂਗ ਸਟੋਰੀ ਸ਼ਾਰਟ ਫਿਰ ਬਰਾੜ ਸਾਹਿਬ ਇਹੀ ਕਹਾਂਗਾ ਇਸ ਟੌਪਿਕ ਦੇ ਉੱਤੇ ਵੀ ਡੈਫੀਨੇਟਲੀ ਜੀ ਤੁਸੀਂ ਜੇ ਕਿ ਪਾਲਿਸੀਜ਼ ਲਿੱਤੀਆਂ ਹੋਈਆਂ ਨੇ ਉਹਨਾਂ ਨੂੰ ਖਾਸ ਤੌਰ ਤੇ ਉਹ ਵਾਲੀਆਂ ਪਾਲਿਸੀਆਂ ਜਿਹੜੀਆਂ ਤੁਹਾਨੂੰ ਇਹ ਕਹਿ ਕੇ ਵੇਚੀਆਂ ਗਈਆਂ ਸੀ ਕਿ ਇਹਦੀ ਗਰੋਥ ਹੋਣੀ ਹੈ, ਇਸ ਦੇ ਜ਼ਰੀਏ ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਕਰ ਸਕਦੇ ਹੋ, ਕੱਲ ਨੂੰ ਕੁਝ ਤੁਹਾਨੂੰ ਲੋੜ ਪੈ ਗਈ ਜ਼ਿੰਦਗੀ ਤੁਸੀਂ ਪੈਸੇ ਕਢਾ ਸਕਦੇ ਹੋ। ਖਾਸ ਤੌਰ ਤੇ ਉਹ ਵਾਲੀਆਂ ਪਾਲਿਸੀਆਂ ਦੇ ਵਿੱਚ 2 ਚੀਜ਼ਾਂ ਜ਼ਰੂਰ ਕਰਿਆ ਕਰੋ ਜੀ। ਇੱਕ ਤਾਂ ਇਸ ਤਰ੍ਹਾਂ ਦੀ ਪਾਲਿਸੀਜ਼ ਦੀ ਹਰ ਸਾਲ ਐਨੂਅਲ ਸਟੇਟਮੈਂਟ ਆਉਂਦੀ ਹੁੰਦੀ ਹੈ ਜੀ। ਉਹ ਐਨੂਅਲ ਸਟੇਟਮੈਂਟ ਤੁਸੀਂ ਇੰਨਾ ਕੁ ਸਮਾਂ ਜ਼ਰੂਰ ਕੱਢ ਲਿਆ ਕਰੋ ਕਿ ਵੀ ਦੇਖਣ ਲਈ ਉਹਦੇ ਵਿੱਚ ਕਿੰਨੇ ਕੁ ਸਰੈਂਡਰ ਚਾਰजेस ਨੇ ਔਰ ਕਿੰਨੀ ਕੁ ਉਸਦੀ ਗਰੋਥ ਹੋਈ ਹੈ, ਕਿ ਉਸਦੀ ਗਰੋਥ ਉਸ ਅਨੁਸਾਰ ਹੋ ਰਹੀ ਹੈ ਜੋ ਕਿ ਤੁਹਾਨੂੰ ਮੁੱਢ ਦੇ ਉੱਤੇ ਪ੍ਰੋਮਿਸ ਕੀਤੀ ਗਈ ਸੀ। ਉਹ 4 ਪੇਜ ਦੀ ਸਟੇਟਮੈਂਟ ਹੁੰਦੀ ਹੈ ਜੀ। ਹਰ ਸਾਲ ਕੰਪਨੀ ਤੁਹਾਨੂੰ ਐਨੀਵਰਸਰੀ ਪਾਲਿਸੀ ਦੀ ਐਨੀਵਰਸਰੀ ਦੇ ਉੱਤੇ ਉਹ ਭੇਜਦੀ ਹੈ, ਉਹ ਜ਼ਰੂਰ ਰਿਵਿਊ ਕਰਿਆ ਕਰੋ। ਜੇ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤਾਂ ਡੈਫੀਨੇਟਲੀ ਜਿਸ ਏਜੰਟ ਜਾਂ ਬ੍ਰੋਕਰ ਨਾਲ ਤੁਸੀਂ ਜਿਸ ਦੇ ਉੱਤੇ ਤੁਹਾਨੂੰ ਪੂਰਾ ਕੌਨਫੀਡੈਂਸ ਆ ਉਸ ਦੇ ਨਾਲ ਬਹਿ ਕੇ ਉਹਨਾਂ ਨੂੰ ਰਿਵਿਊ ਜ਼ਰੂਰ ਕਰੋ ਜੀ ਇਹਨਾਂ ਪਾਲਿਸੀਜ਼ ਨੂੰ। ਕਿਉਂਕਿ ਜੇ ਮੈਂ ਕਿਸੇ ਨੂੰ ਆਟੋ ਇੰਸ਼ੋਰੈਂਸ ਗਲਤ ਕੀਤੀ ਹੈ ਜੀ, ਉਸ ਨੂੰ ਰਾਈਟ ਅਵੇ ਪਤਾ ਚੱਲ ਜਾਣਾ ਹੈ, ਅਗਲੇ ਮਹੀਨੇ ਹੀ ਸ਼ਾਇਦ ਪਤਾ ਚੱਲ ਜਾਏ ਭਵਨਦੀਪ ਸਿੰਘ ਤੂੰ ਆ ਕਿਹਾ ਸੀ ਤੇ ਹੋ ਆ ਰਿਹਾ ਹੈਗਾ ਜੀ। ਬਟ ਜੇ ਕਿਸ ਦੀ ਮੈਂ ਲਾਈਫ ਇੰਸ਼ੋਰੈਂਸ ਗਲਤ ਕੀਤੀ ਹੈਗੀ ਹੈ ਜੀ, ਉਹ ਬੰਦੇ ਨੂੰ ਹੋ ਸਕਦਾ 20-25 ਸਾਲ ਵੀ ਨਾ ਪਤਾ ਚੱਲੇ, ਉਸ ਤੋਂ ਬਾਅਦ ਹੀ ਜਾ ਕੇ ਪਤਾ ਚੱਲੂ ਵੀ ਹੋ ਕੀ ਗਿਆ। ਉਦੋਂ ਤੱਕ ਇੱਕ ਤਾਂ ਤੁਹਾਡੀ ਏਜ ਬਹੁਤ ਉੱਤੇ ਜਾ ਚੁੱਕੀ ਹੁੰਦੀ ਹੈ ਜੀ। ਹੋ ਸਕਦਾ ਤੁਹਾਨੂੰ ਕੋਈ ਹੈਲਥ ਕੰਡੀਸ਼ਨ ਡਿਵੈਲਪ ਹੋ ਜੇ, ਕੋਈ ਨਵੀਂ ਕੰਪਨੀ ਤੁਹਾਨੂੰ ਹੱਥ ਨਹੀਂ ਲਾਏਗੀ, ਬਟ ਤੁਹਾਡੇ ਜਿਹੜੀਆਂ ਲਾਇਬਿਲਿਟੀਜ਼ ਨੂੰ ਹਲੇ ਵੀ ਸਿਰ ਦੇ ਉੱਤੇ ਖੜੀਆਂ ਨੇ। ਸੋ ਇਸ ਲਈ ਜੇ ਲਾਈਫ ਇੰਸ਼ੋਰੈਂਸ ਦਾ ਕੋਈ ਵੀ ਡਿਸੀਜਨ ਹੈ ਇਸ ਨੂੰ ਬਹੁਤ ਸੀਰੀਅਸਲੀ ਲਿਆ ਕਰੋ। ਬੜਾ ਸੰਜੀਦਗੀ ਵਾਲਾ ਮਸਲਾ ਹੈਗਾ ਕਿਉਂਕਿ ਤੁਹਾਡੀ
ਪਰਿਵਾਰ ਦੀ ਆਸ ਜੁੜੀ ਹੋਈ ਹੁੰਦੀ ਹੈ ਵੀ ਜਸਟ ਇਨ ਕੇਸ ਜੇ ਤੁਹਾਨੂੰ ਕੁਝ ਹੋ ਗਿਆ ਵੀ ਸਾਡਾ ਜਿਹੜਾ ਬੈਕਅਪ ਪਲਾਨ ਰੈਡੀ ਪਿਆ ਹੈਗਾ ਸਾਡੇ ਲਈ। ਪਵਨਦੀਪ, ਇੱਕ ਸਵਾਲ ਹੋਰ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਪੜੋ, ਬੈਂਕ ਤੋਂ ਮੌਰਗੇਜ ਲੈਣ ਜਾਂਦੇ ਆ ਜਾਂ ਹੋਰ ਕੁਝ ਲੈਣ ਜਾਂਦੇ ਆ, ਫੋਨ ਦਾ ਅਸੀਂ ਕਨੈਕਸ਼ਨ ਲੈਣ ਜਾਂਦੇ ਆ, ਐਡਾ ਵੱਡਾ ਪਲੰਦਾ ਤੁਹਾਨੂੰ ਭੇਜ ਦਿੰਦੇ ਆ, ਨਹੀਂ ਪੜਿਆ ਜਾਂਦਾਗਾ, ਨਹੀਂ ਪੜਿਆ ਜਾਂਦਾ। ਅਸੀਂ ਕਹਿੰਦੇ ਛੱਡੋ ਯਾਰ ਛੱਡੋ ਯਾਰ, ਜਦੋਂ ਇਸ਼ੂ ਆਉਂਦਾ ਨਾ ਉਦੋਂ ਫਿਰ ਸਾਨੂੰ ਲੱਗਦਾ ਕਿ ਅਸੀਂ ਕਿਉਂ ਨਹੀਂ ਪੜਿਆ। ਕਿਉਂ? ਠੀਕ ਹੈ, ਹੁਣ ਜੀ ਇਹਦੇ ਵਿੱਚ ਮੇਰਾ ਹੁਣ ਅਗਲਾ ਨਾਲ ਹੀ ਸਵਾਲ ਇਹਦੇ ਮਿਲਦਾ ਹੈਗਾ ਕਿ ਪਵਨਦੀਪ ਇੱਕ ਐਜ ਏ ਪ੍ਰੋਫੈਸ਼ਨਲ ਹੈ ਨਾ, ਉਹਨੇ ਉਹ ਚੀਜ਼ ਦੱਸਣੀ ਜਾਂ ਉਸ ਤੋਂ ਬਾਅਦ ਪੜ੍ਹ ਵੀ ਲੈਣੀ, ਜਾਂ ਕੁਝ ਤੁਸੀਂ ਕਹਿਤਾ ਜ਼ਬਾਨੀ ਕਹਿ ਦਿੰਦੇ ਕਈ ਵਾਰ ਹੈ ਨਾ, ਉਹ ਮੈਨੂੰ ਦੱਸੋ ਉਸ ਤੇ ਜੀ ਕਿਵੇਂ ਦੱਸ ਸਕਦੇ ਆ ਕਿ ਕਿੱਦਾਂ ਉਹ ਪੇਪਰ ਰੱਖ ਕੇ ਮੂਹਰੇ ਤੁਹਾਡੇ ਐਕਸਪਲੇਨ ਕਰ ਸਕਦਾ, ਐਡਵਾਈਜ਼ਰ ਕਰਨਾ ਚਾਹੀਦਾ ਹੈ। ਹਾਂ, ਉਹੀ ਬਰਾੜ ਮੈਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਕੰਪਨੀ ਦੇ ਉੱਤੇ ਸਿੱਧਾ ਉਂਗਲ ਉੱਠਦੀ ਹੈ ਜੀ, ਕਿਸੇ ਵੀ ਕੰਪਨੀ, ਮੈਂ ਕਿਸੇ ਕੰਪਨੀ ਡਿਫੈਂਡ ਨਹੀਂ ਜੀ ਕਰ ਰਿਹਾ, ਬਟ ਮੈਂ ਉਸ ਪ੍ਰੋਸੈਸ ਨੂੰ ਡਿਫੈਂਡ ਕਰ ਰਿਹਾ ਜਿਹੜਾ ਕਿ ਸਾਨੂੰ ਫੋਲੋ ਕਰਨਾ ਚਾਹੀਦਾ ਔਰ ਅਸੀਂ ਨਹੀਂ ਕਰਦੇ ਜੀ। ਵੀ ਕੰਪਨੀ ਨੇ ਤਾਂ ਭਾਜੀ ਸਾਰਾ ਕੁਝ ਤੁਹਾਨੂੰ ਡਿਕਲੇਅਰ ਕੀਤਾ ਹੁੰਦਾ ਹੈ, ਛੋਟਾ ਚਾਹੇ ਛੋਟੇ ਪੈਨ ਦੀ ਪਾਲਿਸੀ ਹੈ, ਚਾਹੇ ਮਲਟੀ ਮਿਲੀਅਨ ਡਾਲਰ ਦੀ ਪਾਲਿਸੀ, ਉਹ ਕੰਟਰੈਕਟ ਹੈ। ਕੰਟਰੈਕਟ ਦੇ ਵਿੱਚ ਕੁਝ ਪਾਰਟੀਆਂ ਨੇ, ਉਹਨਾਂ ਪਾਰਟੀਆਂ ਦੇ ਕੁਝ ਰੋਲਸ ਨੇ ਤੇ ਕੁਝ ਜ਼ਿੰਮੇਵਾਰੀਆਂ ਨੇ। ਕੰਪਨੀ ਨੇ ਆਪਣੀ ਜ਼ਿੰਮੇਵਾਰੀ ਸਾਰੀ ਨਿਭਾਈ ਹੈ, ਉਹਨੇ ਤੁਹਾਡੇ ਸਾਹਮਣੇ ਹੋਰ ਲਿਆ ਕੇ ਰੱਖ ਦਿੱਤਾ ਹੈਗਾ। ਹੁਣ ਉਹ ਤਾਂ ਫਿਰ ਕੰਪਨੀ ਦੀ ਅੰਡਰਸਟੈਂਡਿੰਗ ਤਾਂ ਇਹ ਹੈ ਨਾ ਵੀ ਜਿਹੜਾ ਬੰਦਾ ਤੁਸੀਂ ਹਾਇਰ ਕੀਤਾ ਤੁਹਾਨੂੰ ਰੈਪਰੈਜ਼ੈਂਟ ਕਰਨ ਲਈ, ਚਾਹੇ ਉਹ ਘਰ ਲੈਣ ਲਈ, ਮੌਰਗੇਜ ਲੈਣ ਲਈ, ਇੰਸ਼ੋਰੈਂਸ ਲੈਣ ਲਈ ਜਾਂ ਕੁਝ ਹੋਰ ਸੌਦਾ ਲੈਣ ਲਈ, ਵੀ ਉਸਨੇ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਹੋਣਗੀਆਂ, ਤਾਂ ਹੀ ਉਹਨੇ ਤੁਹਾਨੂੰ ਕੰਟਰੈਕਟ ਦੇ ਵਿੱਚ ਸਾਡੇ ਨਾਲ ਵੱਜਿਆ ਹੈਗਾ। ਹੁਣ ਲੈ ਦੇ ਕੇ ਉਹੀ ਬਰਾੜ ਸਾਹਿਬ ਗੋਲੀ, ਗਲਤੀ ਗੋਲੀ ਦੀ ਨਹੀਂ ਹੈਗੀ, ਗਲਤੀ ਹੈਗੀ ਗੋਲੀ ਚਲਾਉਣ ਵਾਲੇ ਦੀ। ਸੋ ਯਾਨੀ ਪਾਲਿਸੀਆਂ ਗਲਤ ਨਹੀਂ ਜੀ ਹੁੰਦੀਆਂ, ਪਾਲਿਸੀਆਂ ਬਣਾਉਣ ਵਾਲੇ ਗਲਤ ਹੁੰਦੇ ਹੋ ਸਕਦੇ ਨੇ, ਜਾਂ ਉਹਨਾਂ ਦੇ ਸਮਝਾਉਣ ਦਾ ਤਰੀਕਾ ਗਲਤ ਹੋ ਸਕਦਾ ਹੈਗਾ ਤੁਹਾਨੂੰ, ਜਾਂ ਤੁਸੀਂ ਇਟਸ ਬੈਟਰ ਟੂ ਆਲਵੇਜ਼ ਟੇਕ ਦਾ ਸੈਕੰਡ ਓਪੀਨੀਅਨ। ਸੋ ਮੀਨਸ ਕਿ ਕਦੇ ਵੀ ਇੱਕ ਆਪਾਂ ਕੋਈ ਪਾਲਿਸੀ ਕਰਾਉਣੀ ਆ, ਖਾਸ ਕਰਕੇ ਜਿਹੜੀ ਅੱਜ ਮੈਂ ਤੁਹਾਡੇ ਨਾਲ ਵਿਸ਼ਾ ਕੀਤਾ ਸਿਰਫ ਉਹੀ, ਕਿਉਂਕਿ ਮੇਰੇ ਕੋਲੇ ਖੁਦ 5 ਤੋਂ ਨਹੀਂ ਕਹੂੰਗਾ 10 ਤੋਂ 20 ਬੰਦਿਆਂ ਨਾਲ ਮੇਰੀ ਗੱਲਬਾਤ ਹੋਈ ਆ, ਔਰ ਪਵਨਦੀਪ ਉਹਨਾਂ ਨਾਲ ਅਖੀਰ ਆਹ ਹੋਇਆ ਜੋ ਉਹਨਾਂ ਨੇ ਸੋਚਿਆ ਸੀ, ਹੈ ਨਾ। ਕੀ ਇਹਦਾ ਮਤਲਬ ਉਸ ਟਾਈਮ ਜਦੋਂ ਜਿਹੜਾ ਐਡਵਾਈਜ਼ਰ ਆ ਉਹਨੂੰ ਦੱਸ ਰਿਹਾ ਸੀ, ਜਿਵੇਂ ਉਹ ਤੁਸੀਂ 3 ਸ਼ਬਦ ਕਹੇ, ਸਿਰਫ ਉਹਨਾਂ ਦਾ ਫਰਕ ਸੀਗਾ, ਔਰ ਕੀ ਉਹ ਜਿਹੜਾ ਫਰਕ ਸੀਗਾ ਫਿਰ ਉਹ ਜੇ ਉਹ ਜੋ ਸੋਚ ਰਹੇ ਸੀ 20 ਸਾਲ ਪਹਿਲਾਂ ਕਿ ਯਾਰ ਮੇਰੇ ਲਈ ਤਾਂ ਆਹ ਕੁਝ ਕਿਹਾ ਗਿਆ ਸੀਗਾ, ਠੀਕ ਹੈ, ਪਰ ਜਦੋਂ ਉਹਨਾਂ ਨੇ ਸਿਗਨੇਚਰ ਕੀਤੇ ਆ, ਆਪਣੇ ਸਾਈਨ ਕਰਤੇ, ਠੀਕ ਹੈ, ਫਿਰ ਉਹਦਾ ਕੋਈ ਹੱਲ ਹੋ ਸਕਦਾ ਜਾਂ ਕੁਝ ਵੀ ਨਹੀਂ। ਹਾਂ, ਜਿਹੜਾ ਇੱਕ ਮੇਰੇ ਪਿੰਡ ਤੋਂ ਬੰਦਾ ਸੀਗਾ, ਤੁਹਾਨੂੰ ਵੀ ਮਿਲ ਕੇ ਗਿਆ ਹੋਆ, ਹਾਂਜੀ, ਠੀਕ ਹੈ, ਉਹਨੇ ਦੱਸਿਆ ਕਿ ਮੇਰੇ ਨਾਲ ਆਹ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਐਡਵਾਈਜ਼ਰ ਕੋਲੇ ਗਿਆ, ਉਹ ਟਾਲ ਮਟੋਲ ਆਏ ਨਹੀਂ ਹੋ ਗਿਆ, ਉਹ ਨਹੀਂ ਹੋ ਗਿਆ, ਈਵਨ ਕਿ ਉਹ ਕਹਿੰਦਾ ਮੈਂ ਗਾਲਾਂ ਵੀ ਕੱਢੀਆਂ, ਲੇਕਿਨ ਗਾਲਾਂ ਕੱਢਣ ਨਾਲ ਉਹਦੇ ਉਹ ਜਿਹੜੇ 20 ਸਾਲਾਂ ਦਾ ਉਹਨੇ ਪੈਸੇ ਦਿੱਤੇ ਆ, ਜ਼ਿਆਦਾ ਪੇ ਕਰਦਾ ਸੀਗਾ ਉਹ, ਜੇ ਰੈਗੂਲਰ ਕਰਦਾ ਸੀ ਕੋਈ ਸੀਗਾ, ਦੱਸ ਰਹੇ ਉਹ ਕਿ ਉਹ ਉਸ ਤੋਂ $40-50 ਉਹਨਾਂ ਦੇ ਐਕਸਟਰਾ ਬਣੇ ਸੀ ਕਿ ਸਿਰਫ ਇਹ ਆ ਯਾਰ ਯੰਗ ਆ, ਉਹਨਾਂ ਚਿਰ ਮੈਂ ਪੇ ਕਰ ਦੂੰਗਾ। ਕਿ ਉਹ ਗਾਲਾਂ ਕੱਢਣ ਦੇ ਨਾਲ ਜਾਂ ਉਹਦੇ ਟਾਲ ਮਟੋਲ ਨਾਲ, ਜਾਂ ਉਸ ਤੋਂ ਬਾਅਦ ਜੇ ਉਹਨੂੰ ਕੁਝ ਕਹਿਣਗੇ ਵੀ ਉਹ, ਉਸ ਤੋਂ ਬਾਅਦ ਉਹਦੀ ਕੰਪਲੇਂਟ ਕਰ ਲਈ, ਉਲਟਾ ਪੈ ਜਾਣਾ, ਠੀਕ ਹੈ। ਕਿੱਦਾਂ ਫਿਰ ਉਹਦੇ 20 ਸਾਲ ਦੀ ਜਿਹੜੀ ਉਹ ਮਨੀ ਐਕਸਟਰਾ ਦਿੱਤੀ ਹੈ ਭਾਵੇਂ, ਇਹਦਾ ਮਤਲਬ ਐਂਡ ਅਖੀਰ ਤੁਸੀਂ ਕੀ ਕੱਢਦੇ ਹੋ, ਕਿਉਂਕਿ 2-3 ਮਿੰਟ ਆਪਣੇ ਕੋਲੇ, ਕੀ ਇਹਦਾ ਹੱਲ ਹੋਣਾ ਚਾਹੀਦਾ, ਮਤਲਬ ਕਿਉਂਕਿ ਇਹ ਬਹੁਤ ਵੱਡੀ ਚੀਜ਼ ਆ ਜਿਹਦੇ ਨਾਲ ਤੁਸੀਂ ਕੁਝ ਗਲਤ ਨਹੀਂ ਕਰ ਸਕਦੇ, ਕਿਉਂਕਿ ਉਹੀ ਕਿ ਇਨਸਾਨ ਦਾ ਪਤਾ ਨਹੀਂ, ਸੰਦੀਪ ਇੱਥੋਂ ਸ਼ੋਅ ਕਰਕੇ ਜਾ ਰਿਹਾ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਪਰ ਜਿਹੜਾ ਮੇਰਾ ਪਰਿਵਾਰ ਚੱਲ ਰਿਹਾ, ਜਿਹਨੂੰ ਮੈਂ ਸੋਚ ਰਿਹਾ ਕਿ ਯਾਰ ਉਹਨਾਂ ਲਈ ਆਪਾਂ, ਬੰਦਾ ਕਹਿੰਦਾ ਨਾ ਇੱਥੇ ਆਏ ਆ, ਮਿਹਨਤ ਕੀਤੀ ਆ, ਜੇ ਕਿਸੇ ਦੇ ਬੱਚੇ ਵਧੀਆ ਐਜੂਕੇਸ਼ਨ ਲੈ ਲੈਂਦੇ ਆ, ਬਿਜ਼ਨਸ 'ਚ ਆ ਜਾਂਦੇ ਆ, ਚੰਗੀ ਜੋਬ ਆ ਜਾਂਦੀ, ਬੰਦਾ ਕਹਿੰਦਾ ਯਾਰ ਸਿਆਣੇ ਆ, ਬੰਦਾ ਕਹਿੰਦਾ ਯਾਰ ਮੇਰਾ ਇੱਥੇ ਆਇਆ ਸਫਲ ਹੋ ਗਿਆ, ਸੋ ਇਸੇ ਹੀ ਤਰ੍ਹਾਂ ਬੰਦੇ ਨੂੰ ਹੁੰਦਾ ਯਾਰ ਜੇ ਮੈਂ ਇੱਥੋਂ ਚਲਾ ਜਾਂਦਾ ਕਿਸੇ ਕਾਰਨ ਕਰਕੇ, ਹੈ ਨਾ, ਬਾਅਦ ਦੇ ਵਿੱਚ ਜਿਹੜੇ ਮੈਂ ਜਿਨ੍ਹਾਂ ਲਈ ਮੈਂ ਇੱਥੇ ਆਇਆ, ਕੀ ਉਹ ਸੇਫ ਆ, ਕੀ ਉਹਨਾਂ ਦੀ ਰੋਜੀ ਰੋਟੀ ਚੱਲਦੀ ਰਹੂ ਜਿੰਨਾ ਚਿਰ ਉਹ ਕਮਾਉਣ ਜੋਗੇ ਨਹੀਂ ਹੋ ਜਾਂਦੇ, ਹੈ ਨਾ, ਉਦੋਂ ਫਿਰ ਦੁੱਖ ਬਹੁਤ ਲੱਗਦਾ ਹੈ। ਦੁੱਖ ਲੱਗਦਾ ਬਿਲਕੁਲ ਬਰਾੜ ਸਾਹਿਬ। ਜੇ ਤਾਂ ਲਾਈਕ ਸਪੈਸੀਫਿਕ ਤੁਸੀਂ ਉਸ ਕੇਸ ਦੇ ਬਾਰੇ ਪੁੱਛਣਾ ਹੈਗਾ ਨਾ, ਉਸ ਦੇ ਲਈ ਤਾਂ ਜਿਹੜੇ ਮੇਰੇ ਗੁਰੂ ਸਨ ਉਹਨਾਂ ਨੇ ਮੈਨੂੰ ਇਹ ਸਿਖਾਇਆ ਸੀ ਕਿ in insurance industry there is my story, there is your story, then there is the actual story. So actual story ਜਾਣਨ ਲਈ ਸਾਰੇ ਡਾਕੂਮੈਂਟਸ ਰਿਵਿਊ ਕਰਨੇ ਪੈਣਗੇ, ਕਿੱਥੇ ਕੀ ਹੋਇਆ ਸੀ, ਕਿ ਕਿਹੜੀ ਇਲਸਟ੍ਰੇਸ਼ਨ ਦਿੱਤੀ ਗਈ ਸੀ ਤੁਹਾਨੂੰ, ਕੀ ਪ੍ਰੋਮਿਸ ਕੀਤਾ ਗਿਆ ਸੀ ਤੇ ਤੁਸੀਂ ਕੀ ਸਮਝੇ ਸੀ। ਕਈ ਵਾਰੀ ਮੈਂ ਦੇਖਿਆ ਸਾਡਾ ਜ਼ਿਆਦਾ ਨੁਕਸਾਨ ਜੋ ਸਾਡੇ ਪਰਸਨਲ ਖਿਆਲਾਤ ਹੁੰਦੇ ਨੇ ਉਹ ਕਰਦੇ ਨੇ ਜੀ, ਜਾਂ ਸਾਡਾ ਪਰਸਨਲ ਥਿੰਕ ਪ੍ਰੋਸੈਸ ਹੈ ਜਿਹੜਾ, ਕਿਉਂਕਿ ਅਸੀਂ ਰੋਜ਼ਮਰਾ ਜ਼ਿੰਦਗੀ 'ਚ ਹੋ ਸਕਦਾ ਕਿ ਗਾਰੰਟੀ ਸ਼ਬਦ ਨੂੰ ਕਿਸੇ ਹੋਰ ਮੁਆਇਨੇ ਵਿੱਚ ਡੀਲ ਕਰਦੇ ਹਾਂ, ਬਟ ਜਿਹੜੇ ਉਸ ਕਾਲੇ ਅਕਸ਼ਰ ਦੇ ਲਿਖੇ ਹੋਏ ਨੇ ਉਸ ਕਾਗਜ਼ ਦੇ ਉੱਤੇ, ਉਹਨਾਂ ਦਾ ਮਤਲਬ ਕੁਝ ਹੋਰ ਹੋਵੇ ਜੀ। ਉਹ ਕੰਟਰੈਕਟ ਹੈ ਬਰਾੜ ਸਾਹਿਬ। ਇਫ, ਬਟ, ਕੁਡ, ਵੁੱਡ, ਸ਼ੁੱਡ, ਐਂਡ, ਔਰ, ਆਰ,
ਇਹ ਸਾਰੇ ਕਿੱਥੇ ਲੱਗਦੇ ਨੇ ਜੀ ਔਰ ਕਿਵੇਂ ਲੱਗਦੇ ਨੇ, ਉਹ ਲਾਈਨਾਂ ਵਿੱਚ ਉਸਦੇ ਮੁਆਇਨੇ ਬਦਲ ਜਾਂਦੇ ਨੇ ਸਾਰੇ। ਸੋ ਤਾਂ ਹੀ ਮੈਂ ਕਹਿੰਦਾ ਜੀ ਇਹਦਾ ਨਿਚੋੜ ਇਹੀ ਹੈ ਕਿ ਹਮੇਸ਼ਾ ਸੈਕੰਡ ਓਪੀਨੀਅਨ ਜ਼ਰੂਰ ਲੈ ਲਿਆ ਕਰੋ ਜੀ, ਕਿਉਂਕਿ ਜੇ ਇੱਕ ਕਿਸੇ ਦੀ ਰੇਡੀਓ ਐਡ ਹੀ ਤੁਸੀਂ ਸੁਣ ਲੈਂਦੇ ਹੋ ਵੀ ਤੁਸੀਂ $100 ਸਿਰਫ ਪੇ ਕਰਨਾ ਹੈਗਾ, ਤੇ ਇੰਨੀ ਕੁ ਸੋਚ ਤਾਂ ਆਮ ਬੰਦੇ ਨੂੰ ਵੀ ਹੋ ਸਕਦੀ ਹੈ, ਉਹਦੀ ਸਮਝ ਜਾ ਸਕਦੀ ਹੈ ਵੀ $100 ਤੁਸੀਂ ਪੇ ਕਰੋ ਜੀ, ਤੁਹਾਡੀ ਲਾਈਫ ਇੰਸ਼ੋਰੈਂਸ ਵੀ ਹੋਗੀ, ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ ਹੋਗੀ, ਤੁਹਾਡੀ ਸੇਵਿੰਗਸ ਵੀ ਹੋਗੀ। ਵੀ $100 ਚ ਅੱਜ ਕੱਲ ਆਉਂਦਾ ਕੀ ਹੈ ਜੀ? ਜੇ ਕਿਸੇ ਨੇ ਤੁਹਾਨੂੰ 20 ਸਾਲ ਦਾ ਕਿਹਾ, 1200 ਸਾਲ ਦਾ 12,000, 20 ਸਾਲਾਂ ਦਾ 24,000, 24,000 ਦੇ ਕੇ ਤੁਸੀਂ ਇੰਸ਼ੋਰੈਂਸ ਦੀ ਕਾਸਟ ਵੀ ਕਵਰ ਕਰਨੀ ਹੈ, ਔਰ ਥੋੜੇ ਜਿਹੇ ਸਿਆਣੇ ਬਣੋ ਵੀ 24,000 ਚ ਤੁਹਾਡੀ ਰਿਟਾਇਰਮੈਂਟ ਪਲੈਨਿੰਗਾਂ ਵੀ ਕਰ ਲਓਗੇ, ਤੁਸੀਂ ਸੇਵਿੰਗਾਂ ਵੀ ਕਰ ਲਓਗੇ। ਇੰਨੀ ਤਾਂ ਸਿਆਣਪ ਸਾਨੂੰ ਚਾਹੀਦੀ ਹੈ ਨਾ ਯਾਰ ਵੀ ਹਾਂ ਠੀਕ ਹੈ, ਜੇ ਕਾਸਟ ਵੀ ਜ਼ਿਆਦਾ ਹੁੰਦੀ ਤਾਂ ਡੈਫੀਨਿਟਲੀ ਸ਼ਾਇਦ ਕੁਝ ਹੁੰਦਾ, ਬਟ ਮੈਨੂੰ ਥਿਓਰੈਟਿਕਲੀ ਉਹ ਬੰਦੇ ਨੇ ਕੁਝ ਗਲਤ ਨਹੀਂ ਕਿਹਾ, ਜੋ ਉਹਨੇ ਮੈਨੂੰ ਕਿਹਾ ਹੈਗਾ ਵੀ ਆਹ ਪਾਲਿਸੀ ਲੈ ਲਓ ਜੀ, ਤੁਹਾਡੇ ਆਹ ਸਾਰਾ ਕੁਝ ਹੋ ਜਾਊਗਾ। ਠੀਕ ਹੈ ਨਾ, ਢੇਲੀ ਦੇ ਕੇ ਹਵੇਲੀ ਜੇ ਉਹ ਸਾਨੂੰ ਦਿੰਦੇ ਨੇ ਤਾਂ ਖਰੀਦਣ ਵਾਲੇ ਤਾਂ ਅਸੀਂ ਆ ਨਾ ਜੀ, ਕਸੂਰ ਸਾਡਾ ਵੀ ਹੈਗਾ ਜੀ। ਵੀ ਤੁਸੀਂ ਉਹ ਥਿਉਰੀ ਦੇ ਉੱਤੇ ਡੁੱਲ ਗਏ ਹੋ, ਬਟ ਪ੍ਰੈਕਟੀਕਲ ਇਹ ਦੇਖੋ ਵੀ ਓਕੇ $100 ਚੋਂ ਭਾਈ ਤੂੰ ਮੇਰੀ ਸੇਵਿੰਗ ਵੀ ਕਰਾ ਰਿਹਾ, ਮੇਰੀ ਰਿਟਾਇਰਮੈਂਟ ਵੀ ਕਰਾ ਰਿਹਾ, ਮੇਰੀ ਇੰਸ਼ੋਰੈਂਸ ਵੀ ਕਰਾ ਰਿਹਾ, ਜਾ ਕਿੱਥੇ ਕਿੱਥੇ ਰਿਹਾ $100? ਇੰਨਾ ਕਿੰਨਾ ਕੁ ਉਹਦਾ ਮੈਨੂੰ ਅੰਬਾਰ ਮਿਲ ਜੂਗਾ ਜੇ ਸਾਰੇ ਹਾਂਜੀ ਵੀ 100। ਉਹ ਤਾਂ ਹੀ ਮੈਂ ਕਹਿੰਦਾ ਵੀ ਸਮ ਟਾਈਮ ਇਟਸ ਟੂ ਗੁੱਡ ਟੂ ਬੀ ਟਰੂ। ਜਿਸ ਤਰ੍ਹਾਂ ਦੇ ਅਸੀਂ ਪ੍ਰੋਡਕਟ ਸੁਣਦੇ ਆ ਜਾਂ ਦੇਖਦੇ ਹੈਗੇ ਆ, ਦੇਰ ਇਜ਼ ਆਲ ਡੈਫੀਨਿਟਲੀ ਅ ਫਾਈਨ ਪ੍ਰਿੰਟ ਸਮਵੇਅਰ, ਉਹ ਫਾਈਨ ਪ੍ਰਿੰਟ ਜ਼ਰੂਰ ਜਾਣਿਆ ਕਰੋ। ਔਰ ਕਿਉਂਕਿ ਅੱਜ ਕੱਲ ਕਲਾਇੰਟਸ ਦਾ ਵੀ, ਇਸ ਲਈ ਮੈਂ ਪੂਰਾ ਇਹਨਾਂ ਨੂੰ ਇਲਜ਼ਾਮ ਨਹੀਂ ਦੇਵਾਂਗਾ, ਹੋ ਵੀ ਬਹੁਤ ਗਏ ਨੇ ਸਾਡੇ ਵਰਗੇ ਤੋਂ ਭਾਵ ਹੈ ਵੀ ਤੁਰੇ ਫਿਰ ਬਹੁਤ ਹੋ ਗਏ ਨੇ, ਹਰ ਲਾਇਸੈਂਸ ਬਹੁਤ ਹੋ ਗਏ ਨੇ ਬਾਹਰ, ਤੇ ਹਰ ਕੋਈ ਆਪਣੇ ਆਪ ਨੂੰ ਐਕਸਪਰਟ ਵੀ ਕਹਿੰਦਾ ਹੈਗਾ, ਤੇ ਮੈਂ ਅੱਜ ਤੱਕ ਨਹੀਂ ਆਪਣੇ ਨਾਮ ਹੈਗਾ ਜੀ, ਆਮ ਆਲਵੇਜ਼ ਲਰਨਿੰਗ, ਹਲੇ ਵੀ ਆਪ ਤੇ ਕਿਤਾਬਾਂ ਪਈਆਂ ਨੇ, ਪੜ੍ਹੀ ਜਾਈਦਾ ਉਸਦੇ ਉੱਤੇ। ਤੇ ਪਰ ਨੁਕਸਾਨ ਜੋ ਮੈਂ ਦੇਖਦਾ ਬਰਾੜ ਸਾਹਿਬ, ਕਦੇ ਕਦੇ ਦਿਲ ਬਹੁਤ ਰੋਂਦਾ ਜੀ ਉਹਨਾਂ ਚੀਜ਼ਾਂ ਨੂੰ ਦੇਖ ਕੇ, ਕਿਉਂਕਿ ਸਮਾਂ ਨਿਕਲ ਚੁੱਕਿਆ ਹੁੰਦਾ ਜੀ, ਹੋਰ ਕਿਸੇ ਕੰਪਨੀ ਨੇ ਹੱਥ ਨਹੀਂ ਲਾਉਣਾ ਹੁੰਦਾ, ਔਰ ਲੋਕਾਂ ਦੇ ਕਿੰਨੇ ਹੀ ਥਾਊਜ਼ੈਂਡਸ ਆਫ ਡਾਲਰਸ ਵੇਸਟ ਹੋ ਚੁੱਕੇ ਹੁੰਦੇ ਨੇ, ਜਿਹੜੇ ਕਿ ਬੜੇ ਔਖੇ ਨੇ ਜੀ ਕਮਾਉਣੇ। ਭਵਨਦੀਪ ਲਾਸਟ ਸਵਾਲ ਯਾਰ, ਕਿਉਂਕਿ ਸਮਾਂ ਬੜਾ ਤੇਜ਼ੀ ਨਾਲ ਭੱਜ ਗਿਆ, ਤੁਸੀਂ ਕਹੀ ਗਏ ਸੈਕੰਡ ਓਪੀਨੀਅਨ, ਕਈ ਵਾਰ ਤਾਂ ਸੈਕੰਡ ਓਪੀਨੀਅਨ ਪਾਲਿਸੀ ਕਰਾਉਣ ਦੇ ਨਾਲ ਹੀ ਕਈ ਵਾਰ ਹੁੰਦਾ ਕਿ ਸਮਾਂ ਲੰਘ ਗਿਆ, ਸਾਲ 2 3 4 5, ਠੀਕ ਹੈ, ਉਸ ਟਾਈਮ ਜਿਹੜਾ ਸੈਕੰਡ ਓਪੀਨੀਅਨ ਲੈਂਦੇ ਆ ਲੇਟ ਹੋ ਚੁੱਕੇ ਹੁੰਦੇ ਆ, ਕੀ ਉਹ ਲੇਟ ਹੋ ਚੁੱਕੇ ਆ ਕਿ ਉਹ ਵੀ ਰਾਈਟ ਟਾਈਮ ਹੀ ਆ? ਬਸ ਇੰਨਾ ਹੀ ਮੈਨੂੰ ਆਨਸਰ ਕਰ ਦਿਓ। ਰਾਈਟ ਟਾਈਮ ਬਰਾੜ ਸਾਹਿਬ ਉੱਥੇ ਅਗੇਨ ਦੇਰ ਇਜ਼ ਆਲਵੇਜ਼ ਦੀ ਐਕਚੁਅਲ ਸਟੋਰੀ। ਸੋ ਐਕਚੁਅਲ ਸਟੋਰੀ ਮਾਪਣ ਲਈ ਕਲਾਇੰਟ ਨਾਲ ਬੈਠਣਾ ਜ਼ਰੂਰੀ ਹੈ ਜੀ। ਕਿਸੇ ਵੀ ਨਾਲ ਬੈਠੋ ਤੁਸੀਂ ਜਾ ਕੇ, ਜਿਸ ਤੇ ਭਰੋਸਾ ਕਰਦੇ ਹੋ, ਜੋ ਕੰਪੀਟੈਂਟ ਇਨਸਾਨ ਹੋਵੇ, ਉਦੋਂ ਤੁਸੀਂ ਫਿਰ ਡੈਮੇਜ ਕੰਟਰੋਲ ਮੋਡ ਵਿੱਚ ਆ ਜਾਂਦੇ ਹੋ ਬਰਾੜ ਸਾਹਿਬ, ਕਿਉਂਕਿ ਸਾਡੀ ਇੰਡਸਟਰੀ ਵਿੱਚ ਇਹੀ ਹੈ ਕਿ ਦ ਬੈਸਟ ਡੇ ਟੂ ਬਾਏ ਦ ਪਾਲਿਸੀ ਵਾਸ ਯੈਸਟਰਡੇ ਦਾ ਹੁਣ ਲੰਘ ਗਿਆ ਜੀ, ਅੱਜ ਹੋ ਤੁਸੀਂ, ਐਂਡ ਟੂਡੇ ਆਈ ਐਮ ਦ ਹੈਲਦੀਐਸਟ ਐਂਡ ਦ ਯੰਗੈਸਟ। ਕੱਲ ਦਾ ਸਮਾਂ ਹੋਊਗਾ, ਕੱਲ ਨੂੰ 29 ਜੁਲਾਈ ਹੋਊਗੀ, ਆਈ ਵਿਲ ਬੀ 1 ਡੇ 올ਡਰ। ਜੀ ਠੀਕ ਹੈ ਨਾ, ਮੇਰੀ ਹੈਲਥ ਐ ਜਾਂਦੀ ਹੁੰਦੀ ਹੈ ਜੀ, ਉੱਤੇ ਤੋਂ ਥੱਲੇ ਹੁੰਦੀ ਹੈ, ਸਾਡੀ ਸਾਰਿਆਂ ਜੋ ਦਸਤੂਰ ਹੈ ਕਾਇਨਾਤ ਦਾ, ਠੀਕ ਹੈ ਨਾ, ਤੁਹਾਡੀ ਜਿਹੜੀ ਹੈਲਥ ਹੈ ਥੱਲੇ ਹੀ ਆਉਣੀ ਹੈ ਐਜ਼ ਦਾ ਟਾਈਮ ਗੋਜ਼ ਔਨ। ਸੋ ਤਾਂ ਹੀ ਸਮਾਂ ਉਦੋਂ ਡੈਮੇਜ ਕੰਟਰੋਲ ਮੋਡ 'ਚ ਜਦ ਤੁਸੀਂ ਹੁੰਦੇ ਹੋ, ਫਿਰ ਤੁਹਾਨੂੰ ਕੁਝ ਕੰਪਰੋਮਾਈਜ਼ਸ ਕਰਨੇ ਪੈਂਦੇ ਨੇ ਜੀ, ਕਿਉਂਕਿ ਸਾਰੀਆਂ ਜਿਹੜੇ ਆਪਸ਼ਨ ਹੈ ਤੁਹਾਡੇ ਹੱਥ ਵਿੱਚ ਨਹੀਂ ਰਹਿੰਦੇ ਉਸ ਸਮੇਂ, ਅਨਫੋਰਚੂਨੇਟਲੀ। ਜੀ ਭਵਨਦੀਪ, ਥੈਂਕ ਯੂ ਵੈਰੀ ਮਚ, ਬਹੁਤ ਧੰਨਵਾਦ। ਧੰਨਵਾਦ ਬਾਟ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਸੀ ਭਵਨਦੀਪ ਬੈਨੀਪਾਲ ਸਾਹਿਬ। ਸੋ ਕੋਈ ਵੀ ਮੈਂ ਐਡਵਰਟਾਈਜ਼ਮੈਂਟ ਭਵਨ ਹੋਣਾ ਦੀ ਨਹੀਂ ਕਰ ਰਿਹਾ ਦੋਸਤੋ, ਮੇਰੀ ਕੋਸ਼ਿਸ਼ ਸੀ ਕਿ ਜੋ ਮੈਂ ਦੇਖਿਆ, ਮੈਨੂੰ ਲੱਗਾ ਸੀ ਕਿ ਇਸ 'ਤੇ ਗੱਲ ਕਰਨੀ ਚਾਹੀਦੀ ਆ। ਜ਼ਰੂਰ ਅਸੀਂ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਹੈਗਾ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਆ ਉਸ ਨਾਲ ਗੱਲ ਕਰਕੇ, ਕਿਉਂਕਿ ਇਹ ਬਹੁਤ ਹੀ ਇਹੋ ਜਿਹੀ ਇੱਕ ਚੀਜ਼ ਹੈ ਜਿਹੜੀ ਕਿ ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਮਦਦ ਕਰਨੀ ਆ, ਔਰ ਆਫਟਰ 20 ਈਅਰ, ਆਫਟਰ 30 ਈਅਰ ਤੁਹਾਡੀ ਮਦਦ ਹੁੰਦੀ ਆ। ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੋਇਆ, ਭਵਨ ਹੁਣਾਂ ਨਾਲ ਗੱਲਬਾਤ ਕਰਨੀ ਆ। 416 817 1313। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਨਜੀਤ ਮਾਲ ਸਾਹਿਬ ਸਟੂਡੀਓ ਵਿੱਚ ਆ ਗਏ, ਇਮੀਗ੍ਰੇਸ਼ਨ ਦੀ ਗੱਲਬਾਤ ਕਰਾਂਗੇ। ਅਸੀਂ ਹੁਣੀ ਗਏ, ਹੁਣੀ ਵਾਪਸ ਆਏ ਜੀ।